ਕੁਲਤਾਰ ਸਿੰਘ ਸੰਧਮਾ स्पीकर आए ने ਇੱਥੋਂ ਹੀ ਖੜ ਕੇ ऐसे स्टेज तो बोल के गुरु ग्रंथ साहब वाल बार बार हथ जोड़ के बेनतियां करके गए सी कि भाई 1.5 महीने का समा दे दिओ। 1.5 महीने दे विच असीं शुकराने दे आके भोग पावांगे। सिखां नूं इंसाफ मिलना भी नहीं, ये साडा भुलेखा है। बार बार असीं पाल लैंदे आ। ਜਿਹੜੇ 47 ਤੋਂ ਬਾਅਦ ਆ ਕੇ ਲੋਕ ਉੱਥੇ ਵਸੇ ਆ, ਉੱਥੋਂ ਉੱਜੜ ਕੇ ਆਏ ਬਣ ਤੋਂ ਬਾਅਦ ਉਹ ਲੋਕ ਫਿਰ ਉਜਾੜ ਦਿੱਤੇ ਗਏ। 100 ਦੇ ਕਰੀਬ ਘੱਟ ਆਏ ਗਏ, ਕਿੰਨੇ ਪਰਿਵਾਰ ਉਜਾੜੇ ਗਏ ਆ। ਉਹੀ ਪੰਜਾਬ ਦਾ ਮੁੱਖ ਮੰਤਰੀ ਦੇਖੋ ਬਿਆਨ ਕੀ ਦੇ ਰਿਹਾ, ਕਹਿੰਦਾ ਜੀ ਸੁਪਰੀਮ ਕੋਰਟ ਦਾ ਫੈਸਲਾ ਸੀ। ਹੁਣ ਸੁਪਰੀਮ ਕੋਰਟ ਦਾ ਫੈਸਲਾ ਮੰਨ ਲੈਂਦੇ ਆ, ਪਰ ਜੇ ਸੋਚ ਕੇ ਵੀ ਇੰਪਰੂਵਮੈਂਟ ਟਰਸਟ ਆ ਜਿਹੜਾ ਉਹਦਾ ਨਿਗਮ ਦੇ ਅਧੀਨ ਆਉਂਦਾ, ਨਗਰ ਨਿਗਮ ਦੇ ਅਧੀਨ ਆਉਂਦਾ। ਨਗਰ ਨਿਗਮ ਕਿਹਦੇ ਅਧੀਨ ਹੈ? ਉਹ ਸਰਕਾਰਾਂ ਦੇ ਅਧੀਨ ਹੈ, ਤੇ ਸਰਕਾਰ ਤੇਰੀ ਹੈ। ਕਿੰਨੇ ਬੰਦੇ ਬਾਹਰਲੇ ਸੂਬਿਆਂ ਦੇ ਪ੍ਰਵਾਸ ਕਰਕੇ ਇੱਥੇ ਆ ਗਏ ਆ। ਲੁਧਿਆਣਾ ਦੇਖ ਲਓ, ਸਾਰਾ ਲੁਧਿਆਣਾ ਆਲਾ ਦੁਆਲਾ ਨਿਗਾਹ ਮਾਰ ਲਓ, ਕਿੰਨੇ ਪਿੰਡਾਂ ਦੇ ਪਿੰਡ, ਕਿੰਨੀਆਂ ਸਰਕਾਰੀ ਥਾਵਾਂ, ਸੂਏ ਕੱਸੀਆਂ ਨਹਿਰਾਂ ਦੇ ਜਿਹੜੇ ਆਸੇ-ਪਾਸੇ ਥਾਂ ਪਏ ਐ, ਸਤਲੁਜ ਦਰਿਆ ਦੇ ਪਾਸੇ ਥਾਂ ਪਿਆ, ਉੱਥੇ ਅੱਡਾ ਰੁੜੀਆਂ ਖੋਲੀ ਬੈਠੇ, ਝੁੱਗੀਆਂ ਝੋਪੜੀਆਂ ਪਾਈ ਬੈਠੇ ਆ। ਕੋਈ ਧਿਆਨ ਨਹੀਂ ਜਾਂਦਾ। ਇਹਦੇ ਯੂਪੀ ਬਿਹਾਰ ਬੰਗਾਲ ਦਾ ਬੰਦਾ ਆ ਕੇ ਕੋਈ ਰਾਸ਼ਨ ਕਾਰਡ ਨੂੰ ਬਣਾਉਣਾ ਹੋਵੇ, ਉਹਨੇ ਆਧਾਰ ਕਾਰਡ ਬਣਾਉਣਾ ਹੋਵੇ, 2 ਦਿਨਾਂ 'ਚ ਬਣਾ ਕੇ ਉਹਦੇ ਹੱਥ ਤੇ ਰੱਖ ਦਿੰਦੇ ਆ। ਆਪਣੇ ਬੰਦੇ 2-2 ਮਹੀਨੇ ਦਫ਼ਤਰਾਂ ਦੇ ਚੱਕਰੀ ਮਾਰੀ ਜਾਂਦੇ ਆ। ਜਿੱਥੋਂ ਉਹਨਾਂ ਦੀ ਗਿਣਤੀ ਵੱਧ ਗਈ ਲੁਧਿਆਣੇ ਜਾਂ ਹੋਰ ਸ਼ਹਿਰਾਂ 'ਚ, ਛਿੱਤਰ ਮਾਰਦੇ ਸਾਡੇ ਲੋਕਾਂ ਦੇ। ਉਹ ਭਾਂਤਾ ਕਹਿੰਦਾ ਬਾਹਰੋਂ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ, ਤੇ ਜਿੱਦੇ ਦੀ 9 ਮਹੀਨੇ ਹੋ ਗਏ ਸਰਕਾਰ ਬਣੀ ਆ, ਪ੍ਰਵਾਸ ਵੱਧ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਭਲੀ ਭਾਂ ਜਾਣਦੇ ਹੀ ਆ, ਤੇ ਇੱਥੇ ਸਮੇਂ-ਸਮੇਂ ਤੇ ਜਦੋਂ ਵੀ ਇਕੱਠ ਰੱਖੇ ਗਏ ਆ, ਆਉਂਦੇ ਵੀ ਰਹੇ ਆ। ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਥੇ ਇਕੱਠ ਰੱਖਿਆ ਗਿਆ ਸੀ, ਸਰਕਾਰ ਦੇ ਨੁਮਾਇੰਦੇ ਵੀ ਆਏ। ਕੁਲਤਾਰ ਸਿੰਘ ਸੰਧਮਾ स्पीकर ਆਏ ਨੇ, ਇੱਥੋਂ ਹੀ ਖੜ ਕੇ ਐਸੇ ਸਟੇਜ ਤੋਂ ਬੋਲ ਕੇ ਗੁਰੂ ਗ੍ਰੰਥ ਸਾਹਿਬ ਵੱਲ ਬਾਰ ਬਾਰ ਹੱਥ ਜੋੜ ਕੇ ਬੇਨਤੀਆਂ ਕਰਕੇ ਗਏ ਸੀ ਕਿ ਭਾਈ 1.5 ਮਹੀਨੇ ਦਾ ਸਮਾਂ ਦੇ ਦਿਓ। 1.5 ਮਹੀਨੇ ਦੇ ਵਿੱਚ ਅਸੀਂ ਸ਼ੁਕਰਾਨੇ ਦੇ ਆ ਕੇ ਭੋਗ ਪਾਵਾਂਗੇ। ਪਰ 1.5-2 ਮਹੀਨੇ ਲੰਘ ਗਏ ਆ, ਅੱਜ ਕੋਈ ਆਇਆ ਵੀ ਨਹੀਂ, ਤੇ ਸਿੱਖਾਂ ਨੂੰ ਇਨਸਾਫ ਮਿਲਣਾ ਵੀ ਨਹੀਂ। ਇਹ ਸਾਡਾ ਭੁਲੇਖਾ ਹੈ। ਵਾਰ ਵਾਰ ਅਸੀਂ ਪਾਲ ਲੈਂਦੇ ਆ। 47 ਤੋਂ ਲੈ ਕੇ ਅੱਜ ਤੱਕ ਦੇਖ ਲਓ, 84 ਵਾਲਾ ਮਿਲ ਗਿਆ। ਹੁਣ ਇੱਧਰ ਇਨਸਾਫ ਦੀ ਗੱਲ ਆਪਾਂ ਦੇਖ ਲਓ, ਉਧਰ ਜਲੰਧਰ ਦੇਖ ਲਓ, ਜਿਹੜੇ 47 ਤੋਂ ਬਾਅਦ ਆ ਕੇ ਲੋਕ ਉੱਥੇ ਵਸੇ ਆ, ਉੱਥੋਂ ਉੱਜੜ ਕੇ ਆਏ ਬਣ ਤੋਂ ਬਾਅਦ ਉਹ ਲੋਕ ਫਿਰ ਉਜਾੜ ਦਿੱਤੇ ਗਏ। 100 ਦੇ ਕਰੀਬ ਘੱਟ ਆਏ ਗਏ, ਕਿੰਨੇ ਪਰਿਵਾਰ ਉਜਾੜੇ ਗਏ ਆ। ਉਹੀ ਪੰਜਾਬ ਦਾ ਮੁੱਖ ਮੰਤਰੀ ਦੇਖੋ ਬਿਆਨ ਕੀ ਦੇ ਰਿਹਾ, ਕਹਿੰਦਾ ਜੀ ਸੁਪਰੀਮ ਕੋਰਟ ਦਾ ਫੈਸਲਾ ਸੀ। ਹੁਣ ਸੁਪਰੀਮ ਕੋਰਟ ਦਾ ਫੈਸਲਾ ਮੰਨ ਲੈਂਦੇ ਆ, ਪਰ ਜੇ ਸੋਚ ਕੇ ਵੀ ਇੰਪਰੂਵਮੈਂਟ ਟਰਸਟ ਆ ਜਿਹੜਾ ਉਹਦਾ ਨਿਗਮ ਦੇ ਅਧੀਨ ਆਉਂਦਾ, ਨਗਰ ਨਿਗਮ ਦੇ ਅਧੀਨ ਆਉਂਦਾ। ਨਗਰ ਨਿਗਮ ਕਿਹਦੇ ਅਧੀਨ ਹੈ? ਉਹ ਸਰਕਾਰਾਂ ਦੇ ਅਧੀਨ ਹੈ, ਤੇ ਸਰਕਾਰ ਤੇਰੀ ਹੈ। ਇੱਕ ਪਾਸੇ ਜਿਹੜਾ ਸਿੱਖਾਂ ਨੂੰ ਉਜਾੜਨਾ ਹੈ, ਪੰਜਾਬੀਆਂ ਨੂੰ ਉਜਾੜਨਾ ਹੈ, ਪੰਜਾਬ ਨੂੰ ਉਜਾੜਨਾ, ਪੰਜਾਬ ਦੇ ਖਿਲਾਫ ਕੋਈ ਫੈਸਲਾ ਲੈਣਾ ਹੈ, ਉੱਥੇ ਝਾਟੇ ਤਿਆਰ ਹੋ ਜਾਂਦੇ ਆ। ਇਹੀ ਹਾਲ ਆਪਾਂ ਜੀਰੇ ਦੇਖ ਰਹੇ ਆ। ਕਈ ਮਹੀਨਿਆਂ ਤੋਂ ਲੈ ਕੇ ਉੱਥੇ ਮੋਰਚਾ ਲੱਗਿਆ ਹੋਇਆ ਫੈਕਟਰੀ ਦੇ ਖਿਲਾਫ, ਜਿਹੜੀ ਫੈਕਟਰੀ ਸ਼ਰਾਬ ਦੀ ਜ਼ਹਿਰੀਲਾ ਪਾਣੀ ਉੱਥੇ ਧਰਤੀ ਹੇਠਾਂ ਪਾ ਰਹੀ ਹੈ। ਹੁਣ ਪਰਸੋਂ ਚੌਥੇ ਦੀ ਗੱਲ ਹੈ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਆ ਕੇ ਧਮਕਾ ਰਹੀ ਹੈ ਕਿ ਤੁਹਾਡੀਆਂ ਪ੍ਰਾਪਰਟੀਆਂ ਅਟੈਚ ਕਰਤੀਆਂ, ਹਾਈ ਕੋਰਟ ਨੂੰ ਦੇ ਦੇਵਾਂਗੇ, ਤੁਹਾਡੀਆਂ ਜਾਇਦਾਦਾਂ ਨਿਲਾਮ ਕੀਤੀਆਂ ਜਾਣੀਆਂ ਨੇ। 21-22 ਬੰਦਿਆਂ ਦੇ ਅਸਲ ਲਾਇਸੈਂਸ ਕੈਂਸਲ ਕਰਤੇ, ਰੱਦ ਕਰਤੇ। ਹੁਣ ਰਾਜ ਪ੍ਰਸ਼ਾਸਨ ਨੇ ਪੂਰਾ ਉੱਥੇ ਰਚਾ ਲਿਆ ਸੀ, ਤਾਮ ਝਾਮ ਇਕੱਠਾ ਹੋ ਗਿਆ ਸੀ ਪ੍ਰਸ਼ਾਸਨ ਕਈ ਜ਼ਿਲ੍ਹਿਆਂ ਦਾ, ਚੁਕਾਉਣ ਦੀ ਤਿਆਰੀ ਹੋ ਗਈ ਸੀ।
ਪਰ ਪਿੰਡਾਂ ਵਾਲੇ ਲੋਕ ਫਿਰ ਇਕੱਠੇ ਹੋ ਕੇ ਆ ਕੇ ਉੱਥੇ ਟਰਾਲੀਆਂ ਭਰ ਕੇ ਜਾਣੇ। ਆਪਾਂ ਵਾਰ-ਵਾਰ ਹਰ ਸਰਕਾਰ ਨੂੰ ਇਹ ਦੋਸ਼ ਦਿੰਦੇ ਆ। ਹੁਣ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਹੁੰਦੇ ਦੂਜੀਆਂ ਸਰਕਾਰਾਂ ਨੂੰ ਕਿ ਦੇਖੋ ਜੀ ਇਹ ਤਾਂ ਹਵਾ ਪਾਣੀ ਧਰਤੀ ਸਾਰਾ ਇਹਨਾਂ ਨੇ ਕਾਰਪੋਰੇਟਾਂ ਨੂੰ ਵੇਚਤਾ ਜੀ, ਪੂੰਜੀਪਤੀਆਂ ਨੂੰ ਵੇਚਤਾ ਜੀ, ਸਤਲੁਜ ਵੀ ਜ਼ਹਿਰੀਲਾ ਕਰਤਾ ਜੀ, ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਕਰਤਾ ਜੀ। ਹੁਣ ਅੱਜ ਉਸੇ ਰਾਤ ਇਹ ਤੁਰੇ ਹੋਏ ਨੇ। ਹੁਣ ਤੁਸੀਂ ਹੋਰ ਦੇਖੋ, ਪੰਜਾਬ ਦੇ ਪੰਜਾਬੀਆਂ ਨੂੰ ਉਜਾੜਨ ਦੇ ਉੱਤੇ ਇਹਨੇ ਮਿੰਟ ਲਾਇਆ। ਕਿੰਨੇ ਬੰਦੇ ਬਾਹਰਲੇ ਸੂਬਿਆਂ ਦੇ ਪ੍ਰਵਾਸ ਕਰਕੇ ਇੱਥੇ ਆ ਗਏ ਆ। ਲੁਧਿਆਣਾ ਦੇਖ ਲਓ, ਸਾਰਾ ਲੁਧਿਆਣਾ ਆਲਾ ਦੁਆਲਾ ਨਿਗਾਹ ਮਾਰ ਲਓ, ਕਿੰਨੇ ਪਿੰਡਾਂ ਦੇ ਪਿੰਡ, ਕਿੰਨੀਆਂ ਸਰਕਾਰੀ ਥਾਵਾਂ, ਸੂਏ ਕੱਸੀਆਂ ਨਹਿਰਾਂ ਦੇ ਜਿਹੜੇ ਆਸੇ-ਪਾਸੇ ਥਾਂ ਪਏ ਆ, ਸਤਲੁਜ ਦਰਿਆ ਦੇ ਪਾਸੇ ਥਾਂ ਪਿਆ, ਉੱਥੇ ਹੱਡਾਂ ਰੋੜੀਆਂ ਖੋਲੀ ਬੈਠੇ, ਝੁੱਗੀਆਂ ਝੋਪੜੀਆਂ ਪਾਈ ਬੈਠੇ ਆ। ਕੋਈ ਧਿਆਨ ਨਹੀਂ ਜਾਂਦਾ। ਇਹਦੇ ਯੂਪੀ ਬਿਹਾਰ ਬੰਗਾਲ ਦਾ ਬੰਦਾ ਆ ਕੇ ਕੋਈ ਰਾਸ਼ਨ ਕਾਰਡ ਨੂੰ ਬਣਾਉਣਾ ਹੋਵੇ, ਉਹਨੇ ਆਧਾਰ ਕਾਰਡ ਬਣਾਉਣਾ ਹੋਵੇ, 2 ਦਿਨਾਂ 'ਚ ਬਣਾ ਕੇ ਉਹਦੇ ਹੱਥ ਤੇ ਰੱਖ ਦਿੰਦੇ ਆ। ਆਪਣੇ ਬੰਦੇ 2-2 ਮਹੀਨੇ ਦਫ਼ਤਰਾਂ ਦੇ ਚੱਕਰੀ ਮਾਰੀ ਜਾਂਦੇ। ਸਰਕਾਰਾਂ ਨੇ, ਪਿਛਲੀਆਂ ਸਰਕਾਰਾਂ ਨੇ ਵੀ ਫੈਸਲਾ ਕੀਤਾ ਸੀ ਜਿਹੜੇ ਬਾਹਰੋਂ ਆ ਕੇ ਲੋਕ ਵਸੇ ਆ ਉਹਨਾਂ ਦੀ ਖਾਤਰ ਅਸੀਂ ਪੱਕੀਆਂ ਕਲੋਨੀਆਂ ਕੱਟ ਕੇ ਦੇਵਾਂਗੇ, ਪੱਕੇ ਘਰ ਪਾ ਕੇ ਦੇਵਾਂਗੇ। ਸੋ ਇਸ ਕਰਕੇ ਸਾਨੂੰ ਸਮਝਣਾ ਪੈਣਾ ਕਿ ਇਹ ਸਾਡਾ ਬਹੁਤ ਵੱਡਾ ਭੁਲੇਖਾ। ਦੂਜਾ ਦੁੱਖ ਇਸ ਗੱਲ ਦਾ ਵੀ ਹੈ ਕਿ ਅੱਜ ਆਪਾਂ ਇਕੱਠ ਰੱਖਿਆ ਸੀ ਸਰਕਾਰ ਦੇ ਸਮਾਂ ਦੇਣ ਤੋਂ ਬਾਅਦ। ਕਿੰਨੇ ਕ ਆਏ ਆ? ਬਹੁਤ ਥੋੜੇ ਆਏ। 2 ਮਹੀਨੇ ਪਹਿਲਾਂ ਇਕੱਠ ਤੋਂ ਚੌਗਣਾ ਸੀਗਾ, ਅੱਜ ਉਹਨੂੰ 10 ਗੁਣਾ 1000 ਗੁਣਾ ਜ਼ਿਆਦਾ ਹੋਣਾ ਚਾਹੀਦਾ ਸੀ। ਪਰ ਅੱਜ ਕਿੰਨੇ ਕ ਆਏ ਆ ਇੱਥੇ? ਰਹਿੰਦਾ ਖੁੰਦਾ ਹੀ ਧੜਿਆਂ 'ਚ ਵੰਡੇ ਹੋਏ ਆ। ਕੋਈ ਮੋਰਚਾ ਖੋਲੀ ਬੈਠਾ, ਕੋਈ ਮੋਰਚਾ ਖੋਲੀ ਬੈਠਾ। ਉਹਦੀਆਂ ਲੱਤਾਂ ਖਿੱਚੀਆਂ, ਦੂਜਾ ਤੀਜੀਆਂ ਲੱਤਾਂ ਖਿੱਚੀ ਜਾਂਦਾ ਸੀ। ਇਸ ਕੰਮ ਤੇ ਲੱਗੇ ਹੋਏ ਆ। ਛਿੱਤਰ ਖਾਓਗੇ ਜਿੰਨਾ ਮਰਜ਼ੀ ਹੋਰ ਖਾ ਲਓ ਸਮਾਂ, ਜਿੰਨਾ ਚਿਰ ਆਏ ਅੱਡੋ ਫਾਟੀ ਹੋਏ ਰਹੋ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਹੋਰ ਜਿੰਨੇ ਮੋਰਚੇ ਲੱਗ ਰਹੇ ਨੇ, ਕੀ ਇਹ ਸਾਡੇ ਹਉਮੈ, ਸਾਡੇ ਹੰਕਾਰ ਉਦੋਂ ਵੱਡੇ ਹੋ ਗਏ, ਸਾਡੀ ਚੌਧਰ ਉਦੋਂ ਵੱਡੀ ਹੋ ਗਈ ਇਹਨਾਂ ਨਾਲੋਂ, ਕਿ ਅਸੀਂ ਇਸ ਮਸਲੇ ਤੇ ਵੀ ਇਕੱਠੇ ਨਹੀਂ ਹੋ ਸਕਦੇ? ਰੋਜ਼ ਮੈਂ ਦੇਖਦਾ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਬੰਦੇ ਆਪਣਿਆਂ ਦੀ ਖਿਲਾਫ। ਦੁਸ਼ਮਣ ਨੂੰ ਤਾਂ ਲੋੜ ਹੀ ਹੈ ਨਹੀਂ, ਉਹਨਾਂ ਨੂੰ ਪਤਾ ਵੀ ਆਪਸ ਵਿੱਚ ਇਹਨਾਂ ਨੇ ਲੜ ਮਰ ਜਾਣਾ, ਛਿੱਤਰ-ਛਿੱਤਰੀ ਹੋਈ ਜਾਣਾ। ਮੈਂ ਮੰਨਦਾ ਲੱਖ ਬਖਰੇਵੇਂ ਹੋਣਗੇ, ਪਰ ਯਾਰ ਘੱਟੋ ਘੱਟ ਜੇ ਅੱਜ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਇਕੱਠੇ ਨਾ ਹੋਏ, ਜਿਹੜੇ ਹਾਲਾਤ ਅੱਜ ਦਿਨੋਂ ਦਿਨ ਪੰਜਾਬ ਦੇ ਬਣ ਰਹੇ ਨੇ, ਕਿਸ ਤਰੀਕੇ ਨਾਲ ਪ੍ਰਵਾਸ ਪੰਜਾਬ ਦਾ ਹੋ ਰਿਹਾ, ਪੰਜਾਬ ਵਿਹਲਾ ਹੋ ਰਿਹਾ, ਨੌਜਵਾਨ ਕਿਵੇਂ ਧੜਾਧੜ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ, ਪਿੰਡਾਂ ਦੇ ਪਿੰਡ ਵਿਹਲੇ ਹੋ ਗਏ। ਦੁਆਬਾ 20-30 ਸਾਲ ਪਹਿਲਾਂ ਵਿਹਲਾ ਹੋ ਗਿਆ, ਮਾਝਾ ਤੇ ਮਾਲਵਾ ਹੁਣ ਸ਼ੁਰੂ ਹੋ ਗਿਆ। 5-7 ਸਾਲਾਂ ਦੀ ਖੇਡ ਹੈ, ਇੱਥੇ ਸਾਨੂੰ ਕੋਈ ਨੌਜਵਾਨ ਨਜ਼ਰ ਹੀ ਨਹੀਂ ਆਉਣਾ। ਇਹ ਬਹੁਤ ਵੱਡਾ ਦੁਖਾਂਤ ਆ ਜਿਹਦੇ ਬਾਰੇ ਅੱਜ ਅਸੀਂ ਸੋਚ ਨਹੀਂ ਰਹੇ। ਤੇ ਨਾ ਇਹ ਸਰਕਾਰ ਭਾਂਤਾ ਕਹਿੰਦਾ ਬਾਹਰੋਂ ਅੰਗਰੇਜ਼ ਨੌਕਰੀ ਕਰਨ ਆਇਆ ਕਰਨਗੇ, ਤੇ ਜਿੱਦੇ ਦੀ 9 ਮਹੀਨੇ ਹੋ ਗਏ ਸਰਕਾਰ ਬਣੀ ਆ, ਪ੍ਰਵਾਸ ਵੱਧ ਗਿਆ। ਇਹ ਭੇਡ ਚਾਲ ਆ ਸਾਡੇ ਲੋਕਾਂ ਦੀ। ਹੁਣ ਆ ਲੁਧਿਆਣੇ ਤੁਸੀਂ ਆ ਜਿਹੜਾ ਪਾਸਪੋਰਟ ਬਣਾਉਂਦੇ ਆ ਦਫ਼ਤਰ ਚਲੇ ਜਾਓ, ਉੱਥੇ 8-9 ਮਹੀਨਿਆਂ ਤੋਂ ਪਹਿਲਾਂ ਤਰੀਕ ਨਹੀਂ ਮਿਲਦੀ, ਇੰਨਾ ਰਸ਼ ਪਾਤਾ। ਫਿਰ ਸਾਡੇ ਚੱਲ ਪਏ ਸ਼ਿਮਲੇ ਅੰਨੀ ਨੂੰ, ਉੱਥੇ ਵੀ ਰਸ਼ ਪਾਤਾ, ਬੰਦ ਕਰਾਤਾ। ਫਿਰ ਹੁਣ ਹੋ ਗਿਆ ਜੈਪੁਰ ਬੰਨੀ ਨੂੰ, ਉਹ ਵੀ ਕਹਿੰਦੇ ਸਾਡੇ ਕੋਲ ਵੀ ਸਾਲ ਦੀ ਤਰੀਕ ਹੈ ਨਹੀਂ। ਇਹ ਰੋਕਣੀ ਪੈਣੀ ਆ ਜੇ ਆਪਾਂ ਗੱਲ ਕਰ ਰਹੇ ਹਾਂ ਸਾਡੇ ਦੇਸ਼ ਪੰਜਾਬ ਨੂੰ ਬਚਾਉਣ ਦੀ, ਸਾਡੀ ਧਰਤੀ ਸਾਡੀ ਕੌਮ ਨੂੰ ਬਚਾਉਣ ਦੀ, ਸਾਡੀ ਸੱਭਿਅਤਾ ਨੂੰ ਬਚਾਉਣ ਦੀ, ਸਾਡੀ ਹੋਂਦ ਨੂੰ ਬਚਾਉਣ ਦੀ। ਤਾਂ ਬਚਾਵਾਂ ਇਹ ਕਿਹਨੂੰ? ਇਹ ਖਾਲੀ ਹੋ ਜਾਣਾ, ਬਾਹਰ ਲੈਣੇ ਆ ਕੇ ਇਹਨੂੰ ਭਰ ਲੈਣਾ। ਫਿਰ ਬਾਹਰੋਂ ਇੱਥੇ ਆਵਾਂਗੇ ਮੇਰਾ ਸਾਡਾ ਸੀ, ਛੱਤਰ ਮਾਰ ਕੇ ਦਬਣਗੇ ਸਾਨੂੰ, ਯਾਦ ਰੱਖਿਓ। ਹੁਣੀ ਪੈਣ ਲੱਗ ਗਏ, ਜਿੱਥੋਂ ਉਹਨਾਂ ਦੀ ਗਿਣਤੀ ਵੱਧ ਗਈ ਲੁਧਿਆਣੇ ਜਾਂ ਹੋਰ ਸ਼ਹਿਰਾਂ 'ਚ, ਛਿੱਤਰ ਮਾਰਦੇ ਸਾਡੇ ਲੋਕਾਂ ਦੇ। ਉਹ ਇਹਨੂੰ ਹਰ ਬੰਦਾ ਸੋਚੇ, ਛੱਡ ਕੇ ਨਾ ਭੱਜੋ ਪੰਜਾਬ ਹੈ। ਹਰ ਬੰਦੇ ਨੂੰ ਜ਼ਿੰਮੇਵਾਰੀ ਸਮਝਣੀ ਪੈਣੀ ਹੈ। ਹਾਲਾਤ ਮਾੜੇ ਆ ਜੀ, ਹਾਲਾਤ ਕਿੰਨੇ ਕੁ ਮਾੜੇ ਆ ਜੀ। ਜੇ ਕ੍ਰਾਈਮ ਰੇਟ ਦੀ ਗੱਲ ਕਰਾਂਗੇ, ਬਾਕੀ ਸੂਬਿਆਂ ਦੇ ਮੁਕਾਬਲੇ ਸਭ ਤੋਂ ਘੱਟ ਇੱਥੇ ਜੁਰਮ ਹੈ। ਨਸ਼ਾ ਦੀ ਗੱਲ ਕਰ, ਨਸ਼ਾ ਮੰਨਦੇ ਆਪਾਂ ਹੈਗਾ, ਬਾਹਰ ਦਾ ਨਸ਼ਾ ਹੈ ਨਹੀਂ। ਚਿੱਟਾ ਬਾਹਰਲੇ ਮੁਲਕਾਂ 'ਚ ਕਿਹੜਾ ਹੈ ਨਹੀਂ। ਪਿਛਲੇ ਹਫ਼ਤੇ ਦੇ ਵਿੱਚ 5 ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਗੋਲੀ ਨਾਲ ਮਾਰੇ ਗਏ ਆ। ਪਰ ਮੈਂ ਹੋਰ ਪੁੱਛਣਾ ਚਾਹੁੰਦਾ ਯਾਰ, ਵੀ ਜੇ ਮੰਨ ਲਓ ਅੱਜ ਅਸੀਂ ਛੱਡ ਕੇ ਭੱਜ ਰਹੇ ਆ ਤਾਂ ਫਿਰ ਨੂੰ ਬਚਾਊਗਾ ਕੌਣ? ਹਾਲਾਤਾਂ ਨਾਲ ਲੜੂਗਾ ਕੌਣ? ਅਸੀਂ ਇੰਨੇ ਮਾੜੇ ਸਮੇਂ ਇਸ ਕੌਮ ਨੇ, ਇਸ ਧਰਤੀ ਨੇ ਦੇਖੇ, ਇਹਨਾਂ ਲੋਕਾਂ ਨੇ ਦੇਖੇ ਆ।
कदे छड्ड के नहीं भजे। अज एडी बड़ी आफत नहीं, एडी बड़ी मुश्किल नहीं, इस गल ते खास गौर दिओ, तवज्जो दिओ। आले दाले नूं, आस गवांढ नूं, रिश्तेदारां नूं, सके सकेलां नूं समझाओ भी नहीं जाना सी, जाना जी सदके जाओ, कमाई करके वापस आओ। ये ना सोचो भी जमीनां बेच के इत्थे घर बार बेच के बाहर भज गई, उत्थे जाके तीजी पीढ़ी ने थोड़ी ने खत्म हो जाना। ना थोड़ी बोली ने, ना थोड़े इतिहास ने, ना थोड़े विरसे ने, किस चीज ने ज्यादा नहीं रहना। ये भुलेखे ने उत्थे लोकां दे कि गुरुद्वारे च असीं क्लासां लवाउने आ जी पंजाबी दीयां, साडे जवाक इतिहास नाल जुड़े होए आ। ये बहुत बड़ा भुलेखा है। तो इस करके एक बीबी ने बोलदी ने, मैं सुनिया बीबी बोलदी सी इकट्ठ च, कहनी खालिस्तान खालिस्तान कुकी जाने हो, खालिस्तान लैके भईआं नूं देना, असीं तां रहना नहीं। सो ये सवाल साडे सामने खड़ा, बहुत बड़ा सवाल है। कोई गल नहीं, बाकी लड़ाइयां लड़ के हौली हौली संघर्ष करके प्राप्त कर लांगे हक, पर जे ना रहे फिर कुछ नहीं रहना। ये गल याद रखियो। ते मैं अखीर दे उत्ते भाई सुखराज सिंह जी बैठे आ, जां जिन्नी भी इत्थे जथेबंदक जिहड़ी टीम बनी हुई है, कमेटी बनी हुई है, जिहड़ी अगवाई कर रही है इस मोर्चे दी, उन्हां नूं कहना चाहुंदा कि जिहड़ा भी तुसीं अगे कोई प्रोग्राम देना है, वो प्रोग्राम भाई आ महीना अगे अपना शहीदी दिहाड़े चलने आ, उस नूं देख के मेरा सुझाव है उहनूं देख के जरूर दिओ। क्योंकि संगत ने अपनी ने सारी नूं तुहानूं पता फतेहगढ़ साहब जाना है, तो इस गल का भी ख्याल रखा जाए। कई बार फिर आपां ਉਹ ਜਿਹੇ ਸਮੇਂ ਦੇ ਵਿੱਚ ਉਹ ਜਿਹਾ ਕੋਈ ਪ੍ਰੋਗਰਾਮ ਦੇ ਦਿੰਦੇ ਆ ਤੇ ਫਿਰ ਸੰਗਤ ਘੱਟ ਆਉਂਦੀ ਆ, ਇਕੱਠ ਘੱਟ ਆਉਂਦਾ ਹੁੰਦਾ, ਕਿਉਂਕਿ ਇਕੱਠ ਨੇ ਹੀ ਪ੍ਰਭਾਵ ਪਾਉਣਾ ਸਰਕਾਰਾਂ ਦੇ ਉੱਤੇ ਤੇ ਜ਼ੋਰ ਲਾਉਣਾ ਪੈਣਾ। ਸਾਰੇ ਜਿੰਨੇ ਵੀ ਅਗਵਾਈ ਕਰ ਰਹੇ ਨੇ ਤੇ ਹਰ ਬੰਦੇ ਨੂੰ ਇੱਥੋਂ ਇਹੀ ਅਪੀਲ ਕਰਦੇ ਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਹ ਮੋਰਚਾ ਜੇ ਅਸੀਂ ਜਿੱਤਣਾ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਜੇ ਅਸੀਂ ਇਹ ਮੋਰਚਾ ਹਾਰ ਜਾਂਦੇ ਆ ਤਾਂ ਯਾਦ ਰੱਖੋ ਕਿ ਹੁਣ ਜਿੰਨੇ ਮਰਜ਼ੀ ਮੋਰਚੇ ਲਾ ਲਓ, ਕੋਈ ਮੋਰਚਾ ਜਿੱਤਿਆ ਨਹੀਂ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ